नमस्कार दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਬਰਤਾਨੀਆ ਨੇ ਭਾਰਤ ਤੋਂ ਆਉਣ ਵਾਲੇ ਉਹਨਾਂ ਮੁਸਾਫਰਾਂ ਜਿਨ੍ਹਾਂ ਨੇ ਕੋਵਿਡ ਟੀਕਿਆਂ ਦੀਆਂ ਪੂਰੀਆਂ ਖੁਰਾਕਾਂ ਲਈਆਂ ਨੇ ਉਹਨਾਂ ਨੂੰ ਸੋਮਵਾਰ ਤੋਂ ਬਰਤਾਨੀਆ ਪਹੁੰਚਣ ਤੇ ਲਾਜ਼ਮੀ ਕੁਆਰੰਟੀਨ ਦੀ ਸ਼ਰਤ ਖਤਮ ਕੀਤੀ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਲਗਾਤਾਰ 8ਵੀਂ ਵਾਰ ਆਪਣੀਆਂ ਪ੍ਰਮੁੱਖ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਰੈਪੋ ਦਰ 4% ਅਤੇ ਰਿਵਰਸ ਰੈਪੋ ਦਰ 3.35% ਪਹਿਲੋਂ ਵਾਂਗ ਹੀ ਬਣੀ ਰਹੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦੇ ਪਸਾਰ ਲਈ ਗ੍ਰੀਨ ਰਿਬਨ ਵੰਡੇ। ਕੇਂਦਰੀ ਵਾਤਾਵਰਣ ਮੰਤਰਾਲਾ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਇਸ ਸਾਲ ਝੋਨੇ ਦੀ ਪਰਾਲੀ ਦੀ ਮਾਤਰਾ ਵਿੱਚ ਕਾਫੀ ਕਮੀ ਰਹਿਣ ਦੀ ਉਮੀਦ ਹੈ। ਗੈਰ ਬਾਸਮਤੀ ਕਿਸਮ ਤੋਂ ਵੀ ਕੁੱਲ ਪਰਾਲੀ ਦੀ ਮਾਤਰਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 12.42% ਦੀ ਕਮੀ ਦਾ ਅਨੁਮਾਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਖਾਂ ਅਤੇ ਸਾਹ ਸੰਬੰਧੀ ਤਕਲੀਫਾਂ ਲਈ ਜ਼ਿੰਮੇਵਾਰ ਹਵਾ ਦੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਦੀ ਜ਼ੋਰਦਾਰ ਅਪੀਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਬਰਤਾਨੀਆ ਨੇ ਐਲਾਨ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ ਉਹ ਮੁਸਾਫਿਰ ਜਿਨ੍ਹਾਂ ਨੇ ਕੋਵਿਸ਼ੀਲਡ ਜਾਂ ਬਰਤਾਨੀਆ ਵੱਲੋਂ ਪ੍ਰਵਾਨਿਤ ਟੀਕਿਆਂ ਦੀਆਂ ਪੂਰੀਆਂ ਖੁਰਾਕਾਂ ਲਈਆਂ ਨੇ ਉਹਨਾਂ ਨੂੰ ਸੋਮਵਾਰ ਤੋਂ ਬਰਤਾਨੀਆ ਪਹੁੰਚਣ ਤੇ 10 ਦਿਨਾਂ ਲਾਜ਼ਮੀ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਬਰਤਾਨੀਆ ਸਰਕਾਰ ਵੱਲੋਂ ਕੱਲ੍ਹ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਹੀਨੇ ਦੀ 11 ਤਰੀਕ ਤੋਂ ਭਾਰਤ ਸਮੇਤ ਵੱਖ-ਵੱਖ 47 ਮੁਲਕਾਂ ਤੋਂ ਆਉਣ ਵਾਲੇ ਮੁਕੰਮਲ ਟੀਕਾਕਰਨ ਵਾਲੇ ਮੁਸਾਫਰਾਂ ਨੂੰ ਯੂਕੇ ਦੇ ਨਾਗਰਿਕਾਂ ਵਾਂਗ ਹੀ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ, ਬਸ਼ਰਤੇ ਉਹਨਾਂ ਰੈੱਡ ਲਿਸਟ ਮੁਲਕਾਂ ਜਾਂ ਖੇਤਰ ਦਾ ਬਰਤਾਨੀਆ ਵਿੱਚ ਪਹੁੰਚਣ ਤੋਂ 10 ਦਿਨ ਪਹਿਲਾਂ ਦੌਰਾ ਨਾ ਕੀਤਾ ਹੋਵੇ। ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਪਿਛਲੇ ਮਹੀਨੇ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਬਰਤਾਨੀਆ ਨੇ ਭਾਰਤ ਦੀ ਕੋਵਿਸ਼ੀਲਡ ਵੈਕਸੀਨ ਦੇ ਸਰਟੀਫਿਕੇਟ ਨੂੰ ਪਹਿਲੋਂ ਮਨਜ਼ੂਰੀ ਨਹੀਂ ਦਿੱਤੀ ਸੀ, ਜਿਸ ਕਰਕੇ ਬਰਤਾਨੀਆ ਜਾਣ ਵਾਲੇ ਭਾਰਤੀ ਮੁਸਾਫਰਾਂ ਨੂੰ ਉੱਥੇ ਪਹੁੰਚ ਕੇ 10 ਦਿਨਾਂ ਲਾਜ਼ਮੀ ਕੁਆਰੰਟੀਨ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਦੂਜੇ ਦਿਨ ਅਤੇ 8ਵੇਂ ਦਿਨ ਮਹਿੰਗੇ ਕੋਵਿਡ ਟੈਸਟ ਕਰਾਉਣੇ ਪੈਂਦੇ ਸਨ। ਭਾਰਤ ਨੇ ਪਿਛਲੇ ਹਫ਼ਤੇ ਬਰਤਾਨੀਆ ਸਰਕਾਰ ਦੇ ਭੇਦਭਾਵਪੂਰਨ ਯਾਤਰੀ ਨਿਯਮਾਂ ਦੇ ਜਵਾਬ ਵਿੱਚ ਬਰਤਾਨੀਆ ਤੋਂ ਆਉਣ ਵਾਲੇ ਮੁਸਾਫਰਾਂ ਲਈ ਵੀ ਅਜਿਹੀਆਂ ਹੀ ਸ਼ਰਤਾਂ ਲਗਾ ਦਿੱਤੀਆਂ ਸਨ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਲਗਾਤਾਰ 8ਵੀਂ ਵਾਰ ਆਪਣੀਆਂ ਪ੍ਰਮੁੱਖ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਮੁਦਰਾ ਰੁਖ ਤੇ ਉਦਾਰ ਰਵੱਈਆ ਬਰਕਰਾਰ ਰੱਖਿਆ ਹੈ। ਮੁੰਬਈ ਵਿੱਚ ਅੱਜ ਮੁਦਰਾ ਨੀਤੀ ਦਾ ਐਲਾਨ ਕਰਦਿਆਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਆਮ ਸਹਿਮਤੀ ਨਾਲ ਲਿਆ ਗਿਆ ਹੈ। ਰੈਪੋ ਦਰ 4% ਅਤੇ ਰਿਵਰਸ ਰੈਪੋ ਦਰ 3.35% ਪਹਿਲੋਂ ਵਾਂਗ ਹੀ ਬਣੀ ਰਹੇਗੀ। ਰੈਪੋ ਦਰ ਉਹ ਦਰ ਹੈ ਜਿਹੜੀ ਤੇ ਕੇਂਦਰੀ ਬੈਂਕ ਬੈਂਕਾਂ ਨੂੰ ਛੋਟੇ ਸਮੇਂ ਲਈ ਕਰਜ਼ਾ ਉਧਾਰ ਦਿੰਦਾ ਹੈ। ਸ਼ਕਤੀਕਾਂਤ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੀ ਵਾਧਾ ਦਰ ਦੇ ਟਿਕਾਊ ਆਧਾਰ ਲਈ ਆਪਣੇ ਨਰਮ ਰਵੱਈਏ ਨੂੰ ਜਾਰੀ ਰੱਖੇਗਾ। ਕੋਵਿਡ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮੁਦਰਾ ਦੇ ਫੈਲਾਅ ਨੂੰ ਸੀਮਾ ਵਿੱਚ ਹੀ ਰੱਖਣਾ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਨੇ 2021-22 ਦੇ ਮਾਲੀ ਸਾਲ ਲਈ GDP ਦੀ ਵਾਧਾ ਦਰ ਦੇ ਟੀਚੇ ਨੂੰ 9.5% ਤੇ ਕਾਇਮ ਰੱਖਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਵਿੱਤ ਵਰ੍ਹੇ 2022-23 ਵਿੱਚ GDP ਦੀ ਦਰ ਪਹਿਲਾਂ ਦੇ ਅਨੁਮਾਨ 7.3% ਦੇ ਮੁਕਾਬਲੇ 7.9% ਰਹਿ ਸਕਦੀ ਹੈ। ਉਹਨਾਂ ਕਿਹਾ ਕਿ ਆਰਥਿਕ ਸਰਗਰਮੀਆਂ ਹੌਲੀ-ਹੌਲੀ ਰਫ਼ਤਾਰ ਫੜ ਰਹੀਆਂ ਨੇ ਤੇ ਸਿੱਕੇ ਦਾ ਫੈਲਾਅ ਉਮੀਦ ਤੋਂ ਘੱਟ ਰਹਿ ਸਕਦਾ ਹੈ। .5% for the current year, that is 21-22, and this consists of 7.9% in Q2, 6.8% in Q3 and 6.1% in Q4 of 21-22. Real GDP growth for Q1 of next financial year, that is 22-23, is projected at 17.2%. ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦੇ ਪਸਾਰ ਲਈ ਗ੍ਰੀਨ ਰਿਬਨ ਵੰਡੇ। ਇਸ ਮੌਕੇ ਮਾਂਡਵੀਆ ਨੇ ਕਿਹਾ ਕਿ ਮੁਕੰਮਲ ਸਿਹਤ ਦਾ ਮਾਨਸਿਕ ਸਿਹਤ ਬਹੁਤ ਜ਼ਰੂਰੀ ਅੰਗ ਹੈ ਅਤੇ ਇਸ ਬਾਰੇ ਜਾਗਰੂਕਤਾ ਇਸ ਨਾਲ ਜੁੜੀ ਲਾਹਨਤ ਨੂੰ ਦੂਰ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗੀ। ਗ੍ਰੀਨ ਰਿਬਨ ਪਹਿਲ ਕੇਂਦਰੀ ਸਿਹਤ ਮੰਤਰਾਲਾ ਅਤੇ ਦਿੱਲੀ ਦੇ ਹੰਸਰਾਜ ਕਾਲਜ ਵੱਲੋਂ ਸਾਂਝੇ ਤੌਰ ਤੇ 5 ਤੋਂ 10 ਅਕਤੂਬਰ ਤੱਕ ਮਨਾਏ ਜਾ ਰਹੇ ਮਾਨਸਿਕ ਸਿਹਤ ਜਾਗਰੂਕਤਾ ਸਪਤਾਹ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਦੁਨੀਆ ਭਰ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਸਿਹਤ ਮੰਤਰੀ ਨੇ ਭਾਰਤ ਵਿੱਚ ਮਾਨਸਿਕ ਸਿਹਤ ਦੇ ਮੁੱਦੇ ਨਾਲ ਨਜਿੱਠਣ ਲਈ ਸਰਗਰਮੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਰ 10 ਵਿਦਿਆਰਥੀਆਂ ਦੇ ਪਿੱਛੇ 3 ਵਿਦਿਆर्थी मानसिक सेहत मुद्दों नाल पीड़ित ने। देश में तंदुरुस्त समाज का निर्माण हो, इसके लिए हमारी सरकार की ओर से प्रयास हो रहा है। उसमें एक महत्वपूर्ण पहलू है मेंटल हेल्थ। 14% लोग मेंटल हेल्थ के शिकार हो, वो तो बहुत बड़ी बात है भाई, उसको एड्रेस करना ही चाहिए। ये जो आपकी ग्रीन रिबन है वो उसका प्रतीक है। उसका ज़्यादा से ज़्यादा प्रचार करके, पब्लिक अवेयरनेस करके, फैमिली से स्टार्ट करें, टीचर्स से स्टार्ट करें। आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਮਹਾਨ ਸੁਤੰਤਰਤਾ ਸੈਨਾਨੀ, ਕ੍ਰਾਂਤੀਕਾਰੀ ਤੇ ਅੰਦੋਲਨਕਾਰੀ ਜੈ ਪ੍ਰਕਾਸ਼ ਨਾਰਾਇਣ ਬਾਰੇ ਦੱਸਾਂਗੇ। ਪੇਸ਼ ਹੈ ਇੱਕ ਰਿਪੋਰਟ। ਅੱਜ ਯਾਨੀ 8 ਅਕਤੂਬਰ ਦੇ ਦਿਨ ਮਹਾਨ ਸੁਤੰਤਰਤਾ ਸੈਨਾਨੀ, ਕ੍ਰਾਂਤੀਕਾਰੀ ਤੇ ਅੰਦੋਲਨਕਾਰੀ ਜੈ ਪ੍ਰਕਾਸ਼ ਨਾਰਾਇਣ ਨੇ ਆਖਰੀ ਸਾਹ ਲਏ ਸਨ। ਭਾਰਤ ਛੱਡੋ ਅੰਦੋਲਨ ਦੇ ਅਮਰ ਸੈਨਾਨੀ ਜੈ ਪ੍ਰਕਾਸ਼ ਨਾਰਾਇਣ ਨੂੰ ਦੁਨੀਆ ਜੇਪੀ ਦੇ ਨਾਂ ਨਾਲ ਜਾਣਦੀ ਹੈ। ਕਿਹਾ ਜਾਂਦਾ ਹੈ ਕਿ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੀ ਅਪੀਲ ਨੇ ਜੇਪੀ ਨੂੰ ਅਜਿਹਾ ਪ੍ਰੇਰਿਤ ਕੀਤਾ ਕਿ ਉਹ ਆਜ਼ਾਦੀ ਦੇ ਅੰਦੋਲਨ ਵਿੱਚ ਕੁੱਦ ਪਏ। ਕਲਾਮ ਨੇ ਕਿਹਾ ਸੀ, ਤੂਫਾਨ ਤੋਂ ਪਹਿਲਾਂ ਪਤੰਗ ਦੀ ਤਰ੍ਹਾਂ ਅਸਮਾਨ ਵਿੱਚ ਉੱਡ ਜਾਓ। ਆਜ਼ਾਦੀ ਦੇ ਅੰਦੋਲਨ ਦੌਰਾਨ ਮੌਲਾਨਾ ਆਜ਼ਾਦ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿੱਖਿਆ ਛੱਡਣ ਦੀ ਅਪੀਲ ਕੀਤੀ ਸੀ। ਇਸ ਤੋਂ ਪ੍ਰਭਾਵਿਤ ਜੇਪੀ ਨੇ ਪਟਨਾ ਕਾਲਜ ਦੀ ਪੜ੍ਹਾਈ ਛੱਡ ਦਿੱਤੀ, ਜਦਕਿ ਸਿਰਫ 20 ਦਿਨ ਬਾਅਦ ਇਮਤਿਹਾਨ ਹੋਣ ਵਾਲੇ ਸਨ। ਇਸ ਤੋਂ ਬਾਅਦ ਜੇਪੀ ਨੇ ਬਿਹਾਰ ਵਿਦਿਆਪੀਠ ਵਿੱਚ ਦਾਖਲਾ ਲੈ ਲਿਆ, ਜਿਸ ਨੂੰ ਕਾਂਗਰਸ ਚਲਾ ਰਹੀ ਸੀ। ਇਸ ਦੇ ਬਾਅਦ ਉੱਚ ਸਿੱਖਿਆ ਲਈ ਜੇਪੀ ਅਮਰੀਕਾ ਚਲੇ ਗਏ। ਉੱਥੇ ਉਹਨਾਂ ਨੂੰ ਕਾਲਜ ਦੀ ਫੀਸ ਭਰਨ ਲਈ ਕਈ ਤਰ੍ਹਾਂ ਦੇ ਕੰਮ ਕਰਨੇ ਪਏ। ਇਸ ਕਾਰਨ ਕੰਮਕਾਜੀ ਵਰਗ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਲਗਾਅ ਵਿਕਸਿਤ ਹੋਇਆ ਤੇ ਉਹ ਜੀਵਨ ਭਰ ਉਹਨਾਂ ਨਾਲ ਜੁੜੇ ਰਹੇ। ਲੋਕ ਨਾਇਕ ਦੇ ਨਾਂ ਨਾਲ ਜਾਣੇ ਜਾਂਦੇ ਜੇਪੀ 1929 ਵਿੱਚ ਭਾਰਤ ਪਰਤੇ। ਇੱਥੇ ਵਾਪਸ ਆਉਂਦਿਆਂ ਹੀ ਆਜ਼ਾਦੀ ਦੇ ਅੰਦੋਲਨ ਵਿੱਚ ਕੁੱਦ ਪਏ। ਭਾਰਤ ਵਿੱਚ ਜਾਰੀ ਸ਼ੋਸ਼ਣ ਤੇ ਦੂਜੇ ਵਿਸ਼ਵ ਯੁੱਧ ਦੇ ਲਈ ਫੌਜੀਆਂ ਦੀ ਭਰਤੀ ਦਾ ਉਹਨਾਂ ਨੇ ਵਿਰੋਧ ਕੀਤਾ ਤੇ ਅੰਗਰੇਜ਼ ਸਰਕਾਰ ਨੂੰ ਪੁੱਟ ਸੁੱਟਣ ਦੀ ਅਪੀਲ ਕੀਤੀ। ਇਸ ਦੇ ਚਲਦਿਆਂ ਉਹਨਾਂ ਨੂੰ 9 ਮਹੀਨੇ ਜੇਲ੍ਹ ਦੀ ਸਜ਼ਾ ਹੋਈ। ਰਿਹਾਈ ਤੋਂ ਬਾਅਦ ਉਹਨਾਂ ਨੇ ਮਹਾਤਮਾ ਗਾਂਧੀ ਤੇ ਸੁਭਾਸ਼ ਚੰਦਰ ਬੋਸ ਨਾਲ ਮੁਲਾਕਾਤ ਕੀਤੀ। ਪੰਡਤ ਜਵਾਹਰ ਲਾਲ ਨਹਿਰੂ ਦੇ ਸੱਦੇ ਤੇ ਜੇਪੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜੇਪੀ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਮੈਂਬਰ ਵੀ ਸਨ, ਜਿਨ੍ਹਾਂ ਨੇ ਅੰਡਰਗਰਾਉਂਡ ਰੂਪ ਨਾਲ ਭਾਰਤ ਨੂੰ ਬਰਤਾਨਵੀ ਸ਼ਾਸਨ ਤੋਂ ਆਜ਼ਾਦ ਕਰਾਉਣ ਦੀ ਮੁਹਿੰਮ ਚਲਾਈ। ਜੇਪੀ ਨੇ 1942 ਦੇ ਭਾਰਤ ਛੱਡੋ ਅੰਦੋਲਨ ਦੀ ਉਦੋਂ ਅਗਵਾਈ ਕੀਤੀ ਜਦੋਂ ਸਾਰੇ ਸੀਨੀਅਰ ਨੇਤਾ ਗ੍ਰਿਫਤਾਰ ਕੀਤੇ ਗਏ ਸਨ। ਇੰਡੀਅਨ ਡਿਫੈਂਸ ਐਕਟ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਅਜਿਹਾ ਕਾਨੂੰਨ ਸੀ ਜਿਸ ਵਿੱਚ ਮੁਕੱਦਮਾ ਚਲਾਉਣਾ ਜ਼ਰੂਰੀ ਨਹੀਂ ਸੀ। ਉਹਨਾਂ ਨੂੰ ਹਜ਼ਾਰੀਬਾਗ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ। ਉਹਨਾਂ ਦੇ ਸਾਥੀ ਕੈਦੀਆਂ ਨੇ ਜੇਲ੍ਹ ਤੋਂ ਫਰਾਰ ਹੋਣ ਦੀ ਯੋਜਨਾ ਬਣਾਈ। ਜਲਦੀ ਹੀ ਨਵੰਬਰ 1942 ਵਿੱਚ ਦੀਵਾਲੀ ਵਾਲੇ ਦਿਨ ਉਹਨਾਂ ਨੂੰ ਇਸ ਦਾ ਮੌਕਾ ਮਿਲ ਗਿਆ, ਜਦੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਗਾਰਡ ਛੁੱਟੀ ਤੇ ਚਲੇ ਗਏ। ਜੇਲ੍ਹ ਤੋਂ ਫਰਾਰ ਹੋਣ ਦੇ ਸਾਹਸੀ ਕੰਮ ਦੇ ਕਾਰਨ ਜੇਪੀ ਲੋਕ ਨਾਇਕ ਬਣ ਗਏ। ਲਗਭਗ 1 ਸਾਲ ਬਾਅਦ 18 ਸਤੰਬਰ 1943 ਨੂੰ ਉਹਨਾਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਖਾਨ ਅਬਦੁਲ ਗਫਾਰ ਖਾਨ ਨੂੰ ਮਿਲਣ ਰਾਵਲਪਿੰਡੀ ਜਾ ਰਹੇ ਸਨ। ਜੇਪੀ ਨੂੰ ਲਾਹੌਰ ਦੇ ਕਿਲੇ ਵਿੱਚ ਲਿਜਾਇਆ ਗਿਆ, ਜੋ ਤਸੀਹਾ ਚੈਂਬਰ ਦੇ ਰੂਪ ਵਿੱਚ ਪ੍ਰਸਿੱਧ ਸੀ। 16 ਮਹੀਨਿਆਂ ਤੱਕ ਉਹਨਾਂ ਨੂੰ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਪਹਿਲੇ ਮਹੀਨੇ ਉਹਨਾਂ ਨੂੰ ਇੱਕ ਕੋਠੜੀ ਵਿੱਚ ਰੱਖਿਆ ਗਿਆ। ਜਨਵਰੀ 1945 ਵਿੱਚ ਜੇਪੀ ਨੂੰ ਲਾਹੌਰ ਕਿਲੇ ਤੋਂ ਆਗਰਾ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਅੰਗਰੇਜ਼ਾਂ ਨਾਲ ਗੱਲਬਾਤ ਲਈ ਮਹਾਤਮਾ ਗਾਂਧੀ ਨੇ ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਦੀ ਬਿਨਾਂ ਸ਼ਰਤ ਰਿਹਾਈ ਤੇ ਜ਼ੋਰ ਦਿੱਤਾ ਤਾਂ ਅੰਗਰੇਜ਼ ਸਰਕਾਰ ਨੇ 12 ਅਪ੍ਰੈਲ 1946 ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ। ऊंच नीच पर आधारित जाति प्रथा को खत्म किया जाए। अब समय आ गया है, इस कलंक को मिटा दें और भाईचारे और समानता को अपना आदर्श बनाएं।
और अपने जीवन में उतारें। इसी तरह शादी, जन्म, मृत्यु से जुड़े हुए भी कुछ और बुरे रिवाज हैं। संपूर्ण क्रांति के द्वारा इन्हें भी खत्म किया जाना चाहिए। 8 ਅਕਤੂਬਰ 1979 ਨੂੰ ਜੇਪੀ ਨੇ ਪਟਨਾ ਵਿੱਚ ਆਖਰੀ ਸਾਹ ਲਏ। ਉਹਨਾਂ ਨੇ ਆਪਣਾ ਪੂਰਾ ਜੀਵਨ ਮਹਾਤਮਾ ਗਾਂਧੀ ਦੇ ਆਦਰਸ਼ ਪੂਰਨ ਸਵਰਾਜ ਦੇ ਲਈ ਸਮਰਪਿਤ ਕਰ ਦਿੱਤਾ ਸੀ। ਕੇਂਦਰੀ ਵਾਤਾਵਰਣ ਮੰਤਰਾਲਾ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਇਸ ਸਾਲ ਝੋਨੇ ਦੀ ਪਰਾਲੀ ਦੀ ਮਾਤਰਾ ਵਿੱਚ ਕਾਫੀ ਕਮੀ ਰਹਿਣ ਦੀ ਉਮੀਦ ਹੈ। ਮੰਤਰਾਲਾ ਅਨੁਸਾਰ ਇਸ ਸਾਲ ਪੰਜਾਬ ਵਿੱਚ 1.31 ਮਿਲੀਅਨ ਟਨ ਜਦਕਿ ਹਰਿਆਣਾ ਵਿੱਚ 0.8 ਮਿਲੀਅਨ ਟਨ ਅਤੇ ਉੱਤਰ ਪ੍ਰਦੇਸ਼ ਦੇ 8 NCR ਜ਼ਿਲ੍ਹਿਆਂ ਵਿੱਚ 0.09 ਮਿਲੀਅਨ ਟਨ ਦੀ ਕਮੀ ਆਵੇਗੀ। ਪਿਛਲੇ ਸਾਲ ਇਹਨਾਂ ਸੂਬਿਆਂ ਵਿੱਚ 28.4 ਮਿਲੀਅਨ ਟਨ ਪਰਾਲੀ ਪੈਦਾ ਹੋਈ ਜੋ ਇਸ ਵਾਰ ਘਟ ਕੇ 26.21 ਮਿਲੀਅਨ ਟਨ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ 8 NCR ਜ਼ਿਲ੍ਹਿਆਂ ਵਿੱਚ ਝੋਨੇ ਹੇਠ ਰਕਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 7.72% ਦੀ ਕਮੀ ਦਰਜ ਹੋਈ ਹੈ। ਇਸੇ ਤਰ੍ਹਾਂ ਗੈਰ ਬਾਸਮਤੀ ਕਿਸਮ ਤੋਂ ਵੀ ਕੁੱਲ ਪਰਾਲੀ ਦੀ ਮਾਤਰਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 12.42% ਦੀ ਕਮੀ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਕੇਂਦਰ ਅਤੇ 3 ਸੂਬਾ ਸਰਕਾਰਾਂ ਵੱਲੋਂ ਇੱਕ ਪਾਸੇ ਜਿੱਥੇ ਫਸਲੀ ਭਿੰਨਤਾ ਲਈ ਕਦਮ ਚੁੱਕੇ ਜਾ ਰਹੇ ਨੇ ਉੱਥੇ ਝੋਨੇ ਦੀ ਪੂਸਾ 44 ਕਿਸਮ ਦੀ ਵਰਤੋਂ ਵੀ ਘਟਾਈ ਜਾ ਰਹੀ ਹੈ। ਵਾਤਾਵਰਣ ਮੰਤਰਾਲਾ ਨੇ ਕਿਹਾ ਹੈ ਕਿ ਗੈਰ ਬਾਸਮਤੀ ਕਿਸਮ ਦੀ ਰਹਿੰਦ ਖੂੰਹਦ ਸਾੜੇ ਜਾਣਾ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ। ਫਸਲੀ ਭਿੰਨਤਾ ਅਤੇ ਪੂਸਾ 44 ਕਿਸਮ ਦੀ ਥਾਂ ਥੋੜੇ ਸਮੇਂ ਵਾਲੀਆਂ ਤੇ ਵਧੇਰੇ ਝਾੜ ਵਾਲੀਆਂ ਕਿਸਮਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪਰਾਲੀ ਨੂੰ ਸਾੜਨ ਤੇ ਯੋਜਨਾਬੱਧ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਖਾਂ ਅਤੇ ਸਾਹ ਸੰਬੰਧੀ ਤਕਲੀਫਾਂ ਲਈ ਜ਼ਿੰਮੇਵਾਰ ਹਵਾ ਦੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਸ ਸੰਬੰਧੀ ਆਪਣੇ ਇੱਕ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਸਾਰਿਆਂ ਦੀ ਸਿਹਤ ਦੀ ਖਾਤਰ ਸਾਨੂੰ ਸਾਰਿਆਂ ਨੂੰ ਪਰਾਲੀ ਨਾ ਸਾੜਨ ਦਾ ਸੰਕਲਪ ਲੈਣਾ ਚਾਹੀਦਾ ਹੈ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੋਜ਼ਗਾਰ ਦੇ ਯੋਗ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਕੌਸ਼ਲ ਵਿਕਾਸ ਮਿਸ਼ਨ ਤਹਿਤ 2022 ਤੱਕ 40 ਕਰੋੜ ਲੋਕਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਨੂੰ ਇੱਜ਼ਤ ਭਰੀ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਉਣਾ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ 4 ਟ੍ਰੇਡਾਂ ਫਿਟਰ, ਬੈਲਡਰ, ਮਕੈਨਿਕ ਅਤੇ ਇਲੈਕਟ੍ਰੀਸ਼ੀਅਨ ਆਦਿ ਦੇ ਕੰਮ ਲਈ 120 ਲੜਕੇ ਲੜਕੀਆਂ ਨੂੰ ਮੁਫਤ ਮੁੱਢਲੀ ਕਿੱਤਾਮੁਖੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸੰਸਥਾ ਵੱਲੋਂ ਆਉਂਦੇ 3 ਸਾਲਾਂ ਦੌਰਾਨ 1000 ਤੋਂ ਵਧੇਰੇ ਨੌਜਵਾਨਾਂ ਨੂੰ ਉਦਯੋਗਿਕ ਸਿਖਲਾਈ ਦੇਣ ਦਾ ਟੀਚਾ ਮਿਥਿਆ ਗਿਆ ਹੈ। ਭਾਰਤ ਵਿੱਚ ਰੇਲਵੇ ਦੇ ਹੋਰ 75 ਸੰਸਥਾਨਾਂ ਵੱਲੋਂ ਵੀ ਰੇਲ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ ਟ੍ਰੇਨਿੰਗ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ ਜਿੱਥੇ ਉਦਯੋਗਾਂ ਵਿੱਚ ਰੋਜ਼ਗਾਰ ਹਾਸਲ ਕਰ ਸਕਦੇ ਨੇ ਉੱਥੇ ਉਹ ਖੁਦ ਵੀ ਆਪਣਾ ਕੰਮ ਖੋਲ੍ਹ ਸਕਦੇ ਨੇ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ 18 ਕੰਮਕਾਰ ਵਾਲੇ ਦਿਨਾਂ ਵਿੱਚ 100 ਘੰਟੇ ਟ੍ਰੇਨਿੰਗ ਹਾਸਲ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। 4 ਅਕਤੂਬਰ ਨੂੰ ਖੇਤਰੀ ਨਿਰਦੇਸ਼ਕ ਕੌਸ਼ਲ ਵਿਕਾਸ ਅਤੇ ਉਦਮਿਤਾ ਪੰਜਾਬ ਦੇ ਸਹਿਯੋਗ ਨਾਲ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਇੱਕ ਦਿਨਾ ਕੌਮੀ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਗਿਆ ਜਿਸ ਵਿੱਚ ਫਿਟਰ, ਵੈਲਡਰ, ਮਕੈਨਿਕ, ਪੇਂਟਰ, ਕਾਰਪੈਂਟਰ, ਇਲੈਕਟ੍ਰੀਸ਼ੀਅਨ, ਇਲੈਕਟ੍ਰੋਨਿਕਸ, AC ਮਕੈਨਿਕ ਅਤੇ ਮੋਟਰ ਵਹੀਕਲ ਮਕੈਨਿਕ ਆਦਿ ਟ੍ਰੇਡਾਂ ਦੇ ITI ਪਾਸ 296 ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਲਈ ਚੁਣਿਆ ਗਿਆ। ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਇਹਨਾਂ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੂੰ ਬੇहद ਲਾਭਕਾਰੀ ਦੱਸਦਿਆਂ ਹੁਨਰ ਸਿਖਲਾਈ ਲਈ ਸਰਕਾਰ ਦਾ ਧੰਨਵਾਦ ਕੀਤਾ। भारत सरकार की ओर से RCF TTC में ट्रेनिंग कर रहा हूँ। पहले मुझे वेल्डिंग बिल्कुल नहीं आती थी लेकिन इतनी कोई वेल्डिंग सीख गया हूँ कि मैं अपना कोई कारोबार भी कर सकता हूँ। इसके थ्रू मेरे को वेल्डिंग की अच्छी जानकारी हो गई है और अब मैं प्राइवेट सेक्शन में भी काम कर सकती हूँ, सरकारी सेक्शन में भी काम कर सकती हूँ और अपना भी कारोबार शुरू कर सकती हूँ। इसलिए मैं भारत सरकार और रेल कोच फैक्ट्री की धन्यवाद करती हूँ। मेरा नाम किरण रानी है। मैं RCF कपूरथला में रेल कौशल विकास योजना के अंडर 3 हफ्ते की ट्रेनिंग कर रही हूँ। यहाँ मैं वेल्डिंग की ट्रेनिंग ले रही हूँ। यहाँ पर वेल्डिंग के बारे में प्रैक्टिकल और थ्योरी दोनों की नॉलेज दी जा रही है और मुझे यहाँ आने के बाद इतना नॉलेज मिली है कि मैं प्राइवेट सेक्टर में, गवर्नमेंट सेक्टर में या अपना खुद का बिजनेस स्टार्ट कर सकती हूँ। यहाँ रेल कौशल
ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਜਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇੱਕ ਮੈਮੋਰੈਂਡਮ ਰਾਹੀਂ ਅਨੁਸੂਚਿਤ ਜਾਤਾਂ ਨਾਲ ਸੰਬੰਧਿਤ ਜ਼ਰੂਰੀ ਮਾਮਲਿਆਂ ਤੇ ਤੁਰੰਤ ਗੌਰ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ FC ਜੱਸਲ ਨੇ ਲਾਲ ਲਕੀਰ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਦੀ ਮਲਕੀਅਤ ਲਈ ਸਰਕਾਰ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰਨ, ਵਧੀ ਹੋਈ ਅਨੁਸੂਚਿਤ ਜਾਤਾਂ ਜਨਸੰਖਿਆ ਮੁਤਾਬਕ ਇਸ ਵਰਗ ਦਾ ਬਣਦਾ ਹੱਕ, ਨੌਕਰੀਆਂ, ਭਲਾਈ ਬਜਟ ਤੇ ਮੈਨੇਜਮੈਂਟ ਆਦਿ ਵਿੱਚ ਦੇਣ ਤੇ ਬੈਕਲੌਗ ਭਰਨ, 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਤੋਂ ਇਲਾਵਾ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੀਆਂ ਨੌਕਰੀਆਂ ਦੇਣ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅਨੁਸੂਚਿਤ ਜਾਤੀ ਵਰਗ ਵਿੱਚ ਨਿਯਮਾਂ ਅਨੁਸਾਰ ਟੀਚਿੰਗ ਫੈਕਲਟੀ ਵਿੱਚ ਰਾਖਵਾਂਕਰਨ ਦੀ ਮੰਗ ਕੀਤੀ ਹੈ। ਪੋਸੂ ਵੱਲੋਂ ਇਹ ਮੈਮੋਰੈਂਡਮ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਮੁੱਖ ਮੰਤਰੀ ਹਿੱਤ ਭੇਜਿਆ ਗਿਆ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।